ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਆਸਟ੍ਰੇਲੀਆ ਖਬਰਨਾਮਾ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਮੇਰੇ ਨਾਲ ਆਸਟ੍ਰੇਲੀਆ ਖਬਰਨਾਮਾ। ਮੈਂ ਹਰਮੀਤ ਬਮਰਾ ਤੇ ਮੇਰੇ ਨਾਲ ਜੁੜ ਚੁੱਕੇ ਨੇ ਤਰਲੋਚਨ ਸਿੰਘ ਜੀ ਸਿਡਨੀ ਤੋਂ, ਤੇ ਇਸ ਵਾਰੀ ਸਾਡਾ ਨਾਲ ਦੀ ਨਾਲ ਹੀ ਸਾਥ ਦੇ ਰਹੇ ਨੇ ਸੁਚਿਤਰਾ ਤਿਵਾੜੀ ਜੋ ਕਿ ਦਿੱਲੀ ਤੋਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਜੀ। ਅੱਛਾ, ਸਭ ਤੋਂ ਪਹਿਲੇ ਜੇਕਰ ਮੈਂ ਹੁਣ ਗੱਲ ਕਰਾਂ ਕਰੋਨਾ ਵਾਇਰਸ ਦੀ, ਕਿਉਂਕਿ ਜੇਕਰ ਦੁਨੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਕੋਈ ਵੀ ਗੱਲ ਹੁੰਦੀ ਹੈ ਤੇ ਕਰੋਨਾ ਵਾਇਰਸ ਦੀ ਪਹਿਲੇ ਗੱਲ ਹੁੰਦੀ ਹੈ ਤੇ ਬਾਕੀ ਦੇ ਸਾਰੇ ਬਿਜ਼ਨਸ, ਸਾਰੀਆਂ ਗੱਲਾਂ, ਸਾਰੇ ਮੁੱਦੇ ਬਾਅਦ ਚ ਆਉਂਦੇ ਨੇ। ਤੇ ਕਰੋਨਾ ਵਾਇਰਸ ਦੀ ਜਿਹੜੀ ਵਿਕਟੋਰੀਆ ਦੇ ਵਿੱਚ ਇਸ ਟਾਈਮ ਦੇ ਪੋਜੀਸ਼ਨ ਹੈਗੀ ਹੈ ਉਹ ਵੱਧ ਤੋਂ ਬੱਤਰ ਹੀ ਮੈਂ ਕਹਿ ਸਕਦਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ 723 ਕੇਸਿਸ ਜਿਹੜੇ ਨਵੇਂ ਆਏ ਨੇ, ਤੇ ਇਹ ਵੀ ਇੱਕ ਨਵਾਂ ਹੀ ਰਿਕਾਰਡ ਹੈ ਜਿਹੜਾ ਕਿ ਬਹੁਤ ਮਾੜਾ ਰਿਕਾਰਡ ਹੈ। 13 ਬੰਦੇ ਜਿਹੜੇ ਕਿ ਅੱਜ ਰਾਤ ਦੇ ਵਿੱਚ ਮੌਤਾਂ ਹੋਈਆਂ। ਇਹਨਾਂ 13 ਜਣਿਆਂ ਦੀਆਂ ਮੌਤਾਂ ਦੇ ਨਾਲ ਜਦੋਂ 723 ਕੇਸ ਨਵੇਂ ਆਏ ਨੇ ਵਿਕਟੋਰੀਆ ਦੇ ਵਿੱਚ, ਤੇ ਇੱਕ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੈਗਾ ਵਿਕਟੋਰੀਆ ਦੇ ਵਿੱਚ। ਕੁਝ ਨਵੀਆਂ ਰਿਸਟ੍ਰਿਕਸ਼ਨ ਵੀ ਜਿਹੜੀਆਂ ਹੈਗੀਆਂ ਵਿਕਟੋਰੀਅਨ ਪ੍ਰੀਮੀਅਰ ਵੱਲੋਂ ਲਗਾਈਆਂ ਗਈਆਂ, ਜਿਹਦੇ ਵਿੱਚ ਕੋਈ ਵੀ ਵਿਜ਼ਟਰ ਕਿਸੇ ਨੂੰ ਮਿਲਣ ਜਾ ਨਹੀਂ ਸਕਦਾ, ਕੋਈ ਕਿਸੇ ਦੇ ਘਰ ਆ ਨਹੀਂ ਸਕਦਾ। ਖਾਸ ਕਰਕੇ ਰੀਜਨਲ ਸਟੇਟ ਦੇ ਵਿੱਚ ਵੀ ਉਹਨਾਂ ਨੇ ਹੁਣ ਮਾਸਕ ਨੂੰ ਕੰਪਲਸਰੀ ਕਰ ਦਿੱਤਾ, ਜਿੱਥੇ ਕਿ ਪਹਿਲੇ ਸਿਰਫ ਮੈਟਰੋਪੋਲੀਟਨ ਏਰੀਆ ਦੇ ਵਿੱਚ ਮਾਸਕ ਕੰਪਲਸਰੀ ਸਨ, ਹੁਣ ਉਹਨਾਂ ਨੇ ਰੀਜਨਲ ਏਰੀਆ ਦੇ ਵਿੱਚ ਵੀ ਕਰ ਦਿੱਤਾ। ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਦਿਆਂ ਕਿ ਜਿਹੜਾ ਡੇਨੀਅਲ ਐਂਡਰਿਊ ਨੇ ਇਹ ਵੀ ਕਿਹਾ ਕਿ ਸ਼ਾਇਦ ਹੋ ਸਕਦਾ ਹੈ ਕਿ ਜਿਹੜੀ ਇਹਨੂੰ ਐਕਸਟੈਂਸ਼ਨ ਨੂੰ ਅਸੀਂ ਵਧਾ ਦਈਏ। ਇਹ ਜਿਹੜਾ 6 ਵੀਕਸ ਦਾ ਪੀਰੀਅਡ ਹੈਗਾ ਸੀ ਸਾਡਾ ਕਰੋਨਾ ਦਾ, ਮੇ ਵੀ ਇਹ ਹੋ ਸਕਦਾ ਹੈ ਕਿ ਅੱਗੇ ਹੋਰ ਵੱਧ ਜਾਵੇ। ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਰਿਸਟ੍ਰਿਕਸ਼ਨਸ ਹੋਰ ਵੀ ਹੋ ਸਕਦੀਆਂ, ਜਿਸ ਤਰ੍ਹਾਂ ਕਿ ਫਰੇਟ ਵਾਲੇ ਜਿਹੜੇ ਕਿ ਟਰਾਂਸਪੋਰਟੇਸ਼ਨ ਜਿਹਦੇ ਵਿੱਚ ਆ ਜਾਂਦੀਆਂ ਵਾ, ਤੇ ਉਸ ਟਰਾਂਸਪੋਰਟੇਸ਼ਨ ਦੇ ਵਿੱਚ ਸਾਰੀਆਂ ਹੀ ਤਰ੍ਹਾਂ ਦੀਆਂ ਟਰਾਂਸਪੋਰਟੇਸ਼ਨ ਆ ਜਾਂਦੀਆਂ, ਬੇਸ਼ੱਕ ਉਹ ਰਿਲੇਟਿਡ ਹੋਵੇ ਫੂਡ ਇੰਡਸਟਰੀ ਨਾਲ, ਬੇਸ਼ੱਕ ਉਹ ਰਿਲੇਟਿਡ ਹੋਵੇ ਕਿਸੇ ਦੂਸਰੀ ਇੰਡਸਟਰੀ ਨਾਲ, ਇਹ ਵੀ ਬੰਦ ਹੋ ਸਕਦੀਆਂ। ਤੇ ਇਸ ਦੇ ਨਾਲ ਨਾਲ ਹੀ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਿ ਮੀਟ ਫੈਕਟਰੀਜ਼ ਹੈਗੀਆਂ, ਸਭ ਤੋਂ ਜ਼ਿਆਦਾ ਕੇਸਿਸ ਮੀਟ ਫੈਕਟਰੀਜ਼ 'ਚੋਂ ਆ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇੱਦਾਂ ਹੀ 700 ਦੀ ਗਿਣਤੀ ਦੇ ਨਾਲ ਕੇਸਿਸ ਆਉਂਦੇ ਰਹੇ ਤੇ ਆਪਾਂ ਨੂੰ ਉਹ ਵੀ ਬੰਦ ਹੀ ਦੇਖਣ ਨੂੰ ਮਿਲਣਗੀਆਂ। ਤੇ ਜੇਕਰ ਇਹ ਦੋ ਵੱਡੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਵਿਕਟੋਰੀਆ ਦੇ ਵਿੱਚ, ਇੱਕ ਮੀਟ ਫੈਕਟਰੀਜ਼ ਤੇ ਇੱਕ ਜਿਹੜਾ ਹੈਗਾ ਫਰੇਟ ਸਿਸਟਮ, ਤੇ ਫਿਰ ਪੂਰੀ ਤਰ੍ਹਾਂ ਆਸਟ੍ਰੇਲੀਆ ਰੁਕ ਜਾਵੇਗਾ। ਵਿਕਟੋਰੀਆ ਤੇ ਇੱਕ ਤਰ੍ਹਾਂ ਪੂਰੀ ਤਰ੍ਹਾਂ, ਜਿਸ ਤਰ੍ਹਾਂ ਕਿ ਆਪਾਂ ਕੰਪੇਅਰ ਕਰਦੇ ਹਾਂ ਕਿ ਅੱਜ ਕੱਲ੍ਹ ਲੋਕੀ ਕਹਿ ਰਹੇ ਨੇ ਕਿ ਸਾਨੂੰ ਨਿਊਜ਼ੀਲੈਂਡ ਦੀ ਤਰ੍ਹਾਂ ਵਿਕਟੋਰੀਆ ਨੂੰ ਪੂਰੀ ਤਰ੍ਹਾਂ ਰੁਕਣਾ ਚਾਹੀਦਾ ਹੈ, ਕਿਉਂਕਿ ਨਿਊਜ਼ੀਲੈਂਡ ਨੇ ਇੱਕ ਵਾਰੀ ਇੱਦਾਂ ਹੀ ਕੀਤਾ ਸੀ ਕਿ ਪੂਰੀ ਤਰ੍ਹਾਂ ਸਭ ਕੁਝ ਉਹਨੇ ਬੰਦ ਕਰ ਦਿੱਤਾ ਸੀ, ਜਿਹਦੇ ਵਿੱਚ ਕੋਈ ਮੈਕਰਸ ਓਪਨ ਨਹੀਂ ਸੀ, ਕੋਈ KFC, ਕੋਈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਓਪਨ ਨਹੀਂ ਸਨ। ਤੇ ਸੋ ਲੋਕੀ ਹੁਣ ਵੀ ਅੱਜ ਕੱਲ੍ਹ ਇਹੋ ਹੀ ਕਹਿ ਰਹੇ ਨੇ, ਜਦੋਂ ਵੀ ਇਹ ਪ੍ਰੀਮੀਅਰ ਆਪਣਾ ਵਿਕਟੋਰੀਆ ਦਾ ਲਾਈਵ ਹੁੰਦੇ ਨੇ ਐਵਰੀਡੇ, ਤੇ ਥੱਲੇ ਲੋਕਾਂ ਨੇ ਇਹੋ ਕਮੈਂਟ ਕਰ ਰਹੇ ਹੁੰਦੇ ਨੇ ਕਿ ਸਾਨੂੰ ਇੱਕ ਵਾਰੀ ਤੁਸੀਂ 21 ਡੇਜ਼ ਲਈ, ਬੇਸ਼ੱਕ 1 ਮੰਥ ਲਈ ਪੂਰੀ ਤਰ੍ਹਾਂ ਇਸ ਨੂੰ ਬੰਦ ਕਰ ਦਿਓ, ਤਾਂ ਜੋ ਜਿਹੜੇ ਇਹ ਨੰਬਰਸ ਹੈਗੇ ਨੇ ਇੱਕ ਵਾਰੀ ਹੀ ਰੁਕ ਜਾਣ। ਜਿਹੜਾ ਵੀ ਅਸੀਂ ਸਫ਼ਰ ਕਰਨਾ ਉਹ 1 ਮਹੀਨਾ ਸਫ਼ਰ ਕਰ ਲਈਏ, ਤਾਂ ਜੋ ਕਿ ਇਹਨੂੰ ਹਰ ਵਾਰੀ 3 ਹਫ਼ਤੇ 6 ਹਫ਼ਤੇ 3 ਹਫ਼ਤੇ 6 ਹਫ਼ਤੇ ਕਰਕੇ ਵਧਾਉਣ ਨਾਲੋਂ। ਤੇ ਇਸ ਤਰੀਕੇ ਨਾਲ ਲੋਕਾਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਬਹੁਤ ਮਾੜੀ ਹੋਈ ਹੋਈ ਹੈ। ਤੇ ਇਸ ਟਾਈਮ ਤੇ ਸਾਰੇ ਹੀ ਇਹ ਵਿਕਟੋਰੀਅਨ ਪ੍ਰੀਮੀਅਰ ਵੱਲ ਦੇਖਦੇ ਪਏ ਨੇ। ਈਵਨ ਕਿ ਇੱਥੋਂ ਤੱਕ ਵੀ ਹੁਣ ਲੋਕੀ ਕਹਿਣ ਲੱਗ ਪਏ ਨੇ, ਉਹ ਸਿੱਧਾ ਸਕੌਟ ਮੋਰੀਸਨ ਨੂੰ, ਜਿਹੜਾ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੂੰ ਇਹ ਟਵੀਟ ਕਰਨ ਲੱਗ ਪਏ ਨੇ, ਲੈਟਰਸ ਈਮੇਲਸ ਕਰਨ ਲੱਗ ਪਏ ਨੇ ਕਿ ਵਿਕਟੋਰੀਆ ਦਾ ਜਿਹੜਾ ਚਾਰਜ ਹੈਗਾ ਤੁਸੀਂ ਆਪਣੇ ਹੱਥਾਂ ਦੇ ਵਿੱਚ ਲੈ ਲਓ, ਕਿਉਂਕਿ ਵਿਕਟੋਰੀਅਨ ਜਿਹੜਾ ਪ੍ਰੀਮੀਅਰ ਹੈਗਾ ਉਹ ਲੇਬਰ ਦੀ ਗੌਰਮੈਂਟ ਹੈਗੀ ਹੈ, ਲੇਬਰ ਦੀ ਸਰਕਾਰ ਹੈਗੀ ਹੈ, ਤੇ ਉਹਦੇ ਵੱਲੋਂ ਇਹ ਨਹੀਂ ਚਲਾਇਆ ਜਾ ਰਿਹਾ, ਕਿਉਂਕਿ ਡੇ ਬਾਈ ਡੇ ਇਹ ਕੇਸਿਸ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵੱਧਦੀ ਜਾ ਰਹੀ ਹੈ, ਕਿ ਸਾਨੂੰ ਇਹ ਨਹੀਂ ਦੇਖਣ ਨੂੰ ਮਿਲਦਾ ਪਿਆ ਕਿ ਇਹ ਗਿਣਤੀ ਘਟਦੀ ਪਈ ਹੈ। ਇਸ ਕਰਕੇ ਹੁਣ ਲੋਕਾਂ ਦੇ ਵਿੱਚ ਇਹ ਇੱਕ ਕਾਫੀ ਦੁਚਿੱਤੀ ਬਣੀ ਹੋਈ ਹੈ। ਟੋਪ ਆਫ ਦੈਟ ਇਹ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ ਇੱਥੇ ਕਿ ਡੇਨੀਅਲ ਐਂਡਰਿਊ ਨੇ +1 ਤੇ 2 ਦੇ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਲਈ ਸਕੂਲਸ ਓਪਨ ਰੱਖੇ ਹੋਏ ਨੇ, ਜਦੋਂ ਕਿ ਇੱਕ ਪਾਸੇ ਸਾਰੀਆਂ ਚੀਜ਼ਾਂ ਲਈ
ਲਈ ਸਟੇਜ 4 ਦੀ ਰਿਸਟ੍ਰਿਕਸ਼ਨ ਹੈ, ਮਗਰ +1 2 ਦੇ ਸਟੂਡੈਂਟਸ ਲਈ ਸਕੂਲ ਓਪਨ ਹੈਗੇ ਨੇ। ਇਹ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਉਤਰਦੀ ਨਹੀਂ ਪਈ ਕਿ ਇਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਉਹ ਦੇਖ ਰਹੇ ਪਏ ਨੇ ਕਿ ਸਟੂਡੈਂਟਸ +1 2 ਨੂੰ ਕਰੋਨਾ ਨਹੀਂ ਹੋ ਸਕਦਾ, ਕਿਉਂਕਿ ਮਗਰਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਕਿ ਦੇਖਣ ਨੂੰ ਆਇਆ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਬੱਚੇ ਇਸ ਕਰੋਨਾ ਵਾਇਰਸ ਦਾ ਸ਼ਿਕਾਰ ਹੋਏ ਨੇ। ਹੁਣ ਇਹਨਾਂ ਸਾਰੀਆਂ ਦੁਚਿੱਤੀਆਂ ਦੇ ਵਿੱਚ ਇਹ ਦੇਖਣ ਨੂੰ ਇਹ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਟੋਰੀਆ ਕਿੱਧਰ ਜਾਂਦਾ। ਅਗਰ ਵਿਕਟੋਰੀਆ ਦੀ ਹਾਲਤ ਇਸੇ ਤਰੀਕੇ ਨਾਲ ਰਹੀ ਤੇ ਸ਼ਾਇਦ ਆਪਾਂ ਨੂੰ ਇਹ ਦੇਖਣ ਨੂੰ ਸਟੇਜ 4 ਤੋਂ ਸਟੇਜ 5 ਵੀ ਮਿਲੇਗੀ। ਹਾਂਜੀ ਹਰਮੀਤ ਜੀ, ਜਿਵੇਂ ਤੁਸੀਂ ਗੱਲ ਕੀਤੀ, ਅੱਜ ਵਿਕਟੋਰੀਆ ਵੱਧ ਤੋਂ ਬਦਤਰ ਹਾਲਾਤਾਂ ਵਿੱਚ ਨਜ਼ਰ ਆ ਰਿਹਾ ਹੈ ਤੇ ਸਕਾਟ ਮੋਰਿਸਨ ਹੋਵੇ ਚਾਹੇ ਕੋਈ ਹੋਰ ਪੋਲੀਟੀਸ਼ੀਅਨ ਹੋਵੇ, ਸਭ ਦੀ ਨਿਗਾਹ ਇਸ ਸਮੇਂ ਵਿਕਟੋਰੀਆ ਤੇ ਪੂਰੀ ਤਰ੍ਹਾਂ ਮੁਸਤੈਦੀ ਨਾਲ ਲੱਗੀ ਹੋਈ ਹੈ। ਪਰ ਜਿਵੇਂ ਆਪਾਂ ਦੇਖ ਰਹੇ ਹਾਂ, ਪੁਲਿਸ ਤੇ ਆਰਮੀ ਵੀ ਇਸ ਸਮੇਂ ਆਪਣੇ ਕਰਤੱਵਯ ਨੂੰ ਨਿਭਾ ਰਹੀ ਹੈ ਤੇ ਆਮ ਜਿਹੜੇ ਸਾਡੇ ਡਾਕਟਰ ਨੇ, ਨਰਸਿਸ ਨੇ, ਉਹ ਵੀ ਇਸ ਸਮੇਂ ਇਸ ਗੱਲ ਦੇ ਪਿੱਛੇ ਪਈ ਹੈ ਕਿ ਆਪਾਂ ਇਹਨੂੰ, ਇਸ ਬਿਮਾਰੀ ਨੂੰ ਕਿਸੇ ਤਰ੍ਹਾਂ ਖਤਮ ਕਰਨਾ ਹੈ। ਪਰ ਦੇਖਣਾ ਇਹ ਹੋਵੇਗਾ ਕਿ ਸਾਡੀ ਸਰਕਾਰ ਅੱਗੇ ਕੀ ਕਦਮ ਚੱਕਦੀਆਂ। ਪਹਿਲੇ ਆਪਾਂ ਗੱਲ ਕਰ ਲੈਂਦੇ ਆਸਟ੍ਰੇਲੀਆ ਵਾਈਡ, ਜਿੱਥੇ ਇਸ ਸਮੇਂ 15,582 ਕੇਸਿਸ ਨੇ, 318 ਨਵੇਂ ਕੇਸ ਆਏ ਨੇ ਪਿਛਲੇ 24 ਘੰਟਿਆਂ ਵਿੱਚ। ਵਿਕਟੋਰੀਆ ਵਿੱਚ ਮੇਰੇ ਖਿਆਲ 700 ਕੇਸਿਸ ਨੇ ਤੇ ਡੈਥ ਇਸ ਸਮੇਂ 176 ਹੋ ਚੁੱਕੀਆਂ ਹੈ। ਜੇ ਆਪਾਂ ਨਿਊ ਸਾਊਥ ਵੇਲਸ ਸੂਬੇ ਦੀ ਗੱਲ ਕਰੀਏ, 3,718 ਕੇਸਿਸ ਨੇ ਤੇ 19 ਨਵੇਂ ਕੇਸਿਸ ਆਏ ਨੇ, ਜਿਹਦੇ ਵਿੱਚ 3 ਭੈਣਾਂ ਜਿਹੜੀਆਂ ਬਹੁਤ ਮੁੱਦਾ ਬਣੀ ਰਹੀਆਂ, ਚਰਚੇ ਵਿੱਚ ਰਹੀਆਂ, ਉਹਨਾਂ ਕਰਕੇ ਵੀ ਬਹੁਤ ਜ਼ਿਆਦਾ ਮੁਸੀਬਤ ਝੇਲਣੀ ਪਈ ਤੇ 49 ਡੈਥ ਇਸ ਸਮੇਂ ਤੱਕ ਨਿਊ ਸਾਊਥ ਵੇਲਸ ਸੂਬੇ ਵਿੱਚ ਹੋ ਚੁੱਕੀਆਂ। ਤੇ ਹੁਣ ਅਸੀਂ ਗੱਲ ਕਰਾਂਗੇ ਸਕੂਲਾਂ ਦੀ, ਜਿੱਥੇ ਕਈ ਸਕੂਲਾਂ ਨੂੰ ਬੰਦ ਕਰਨਾ ਪਿਆ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੈਥੋਲਿਕ ਸਕੂਲ ਨੇ ਤੇ ਪਬਲਿਕ ਸਕੂਲ। ਕੈਥੋਲਿਕ ਸਕੂਲ ਵਿੱਚ ਐਵਰਲਰਨ ਪ੍ਰੀ ਸਕੂਲ ਹੈਗਾ ਹੈ, ਫੋਰਟ ਸਟਰੀਟ ਹਾਈ ਸਕੂਲ ਹੈਗਾ ਹੈ ਤੇ ਮੈਰੀ ਐਮੂਲੇਟ ਪ੍ਰਾਇਮਰੀ ਸਕੂਲ, ਬੋਸਲੀ ਪਾਰਕ ਤੇ ਫ੍ਰੀ ਮੈਨ ਕੈਥੋਲਿਕ ਕਾਲਜ ਵੀ ਬੰਦ ਕਰਨਾ ਪਿਆ ਤੇ ਸਫਾਈ ਦਾ ਕੰਮ ਉੱਥੇ ਜਾਰੀ ਹੈ, ਕਿਉਂਕਿ ਬੱਚਿਆਂ ਨੂੰ ਘਰ ਭੇਜਣਾ ਪਿਆ ਤੇ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜਾ ਬੱਚਾ ਬਿਮਾਰ ਹੋਵੇ ਤੇ ਆਪਾਂ ਉਹਨੂੰ ਸਕੂਲ ਨਾ ਭੇਜੀਏ, ਆਪਾਂ ਸਰਕਾਰ ਦੀਆਂ ਜਿਹੜੀ ਹਦਾਇਤਾਂ ਨੇ, ਜਿਹੜੀਆਂ ਗਾਈਡਲਾਈਨ ਜਾਰੀ ਆ, ਉਹਨੂੰ ਮੰਨੀਏ ਤੇ ਬੱਚਿਆਂ ਨੂੰ ਘਰ ਰੱਖੀਏ। ਇੱਕ ਬੱਚਾ ਜੇ ਬਿਮਾਰ ਹੁੰਦਾ ਤਾਂ ਸਾਰੇ ਸਕੂਲ ਨੂੰ ਉਹਦਾ ਆਪਣਾ ਖਮਿਆਜਾ ਭੁਗਤਣਾ ਪੈਂਦਾ ਹੈ। ਹੁਣ ਅਸੀਂ ਗੱਲ ਕਰੀਏ ਫੇਸ ਮਾਸਕ ਦੀ। ਵਿਕਟੋਰੀਆ ਸੂਬੇ ਨੇ ਫੇਸ ਮਾਸਕ ਬੜੀ ਦੇਰ ਬਾਅਦ ਲਾਗੂ ਕੀਤਾ ਤੇ ਉਹੀ ਗਲਤੀ ਹੁਣ ਨਿਊ ਸਾਊਥ ਵੇਲਸ ਸੂਬਾ ਕਰ ਰਿਹਾ ਤੇ ਇਸ ਸਮੇਂ ਨਿਊ ਸਾਊਥ ਵੇਲਸ ਸੂਬੇ ਵਿੱਚ ਕੋਈ ਵੀ ਫੇਸ ਮਾਸਕ ਪਾਉਣ ਦੀ ਪਾਬੰਦੀ ਨਹੀਂ ਹੈਗੀ। ਪਰ ਕਈ ਪ੍ਰਾਈਵੇਟ ਕਾਲਜ ਤੇ ਈਵਨ ਕਿ ਵੂਲਵਰਥ ਨੇ ਇਹ ਕਿਹਾ ਕਿ ਉਹ ਆਪਣੇ ਸਟੋਰ ਅੰਦਰ ਫੇਸ ਪਵਾਉਣਾ ਲਾਜ਼ਮੀ ਕਰਨ ਜਾ ਰਹੇ ਨੇ। ਕਈ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਉਹਨੇ ਲਾਜ਼ਮੀ ਕਰ ਦਿੱਤਾ ਹੈ ਤੇ ਉਹਨੂੰ ਇਸ ਸਮੇਂ ਉਹ ਪੂਰੀ ਤਰ੍ਹਾਂ ਜ਼ੋਰਾਂ ਸ਼ੋਰਾਂ ਨਾਲ ਇਸ ਕੰਮ ਨੂੰ ਉੱਥੇ ਕਰ ਰਹੇ ਨੇ। ਕੋਈ ਬੰਦਾ ਬਿਨਾਂ ਫੇਸ ਮਾਸਕ ਤੋਂ ਐਂਟਰੀ ਨਹੀਂ ਕਰ ਪਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ। ਤੇ ਹੁਣ ਦੇਖਣਾ ਇਹ ਹੋਵੇਗਾ ਸਕਾਟ ਮੋਰਿਸਨ ਕਦੋਂ ਤੱਕ ਇਹ ਪੂਰਾ ਲੋਕਡਾਊਨ ਕਰਦੇ ਨੇ ਤੇ ਸਾਡੇ ਆਸਟ੍ਰੇਲੀਆ ਨੂੰ ਇੱਕ ਪੁਰਾਣੀ ਜ਼ਿੰਦਗੀ ਵਾਪਸ ਕਰਦੇ ਨੇ। ਹਾਂਜੀ ਇਹਦੇ ਨਾਲ ਇੱਕ ਜੁੜੀ ਖਬਰ ਜਿਹੜੀ ਹੈਗੀ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਟੈਸਟ ਹੋ ਰਹੇ ਨੇ ਉਹਦੇ ਉੱਤੇ ਵਿਕਟੋਰੀਅਨ ਪ੍ਰੀਮੀਅਰ ਨੇ ਕਿਹਾ ਕਿ ਜਿਹੜੇ ਵੀ ਲੋਕ ਅੱਜ ਕੱਲ੍ਹ ਟੈਸਟ ਕਰਾ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦੀ ਵਰੀ ਨਹੀਂ ਕਰਨੀ ਚਾਹੀਦੀ। ਅਗਰ ਤੁਸੀਂ ਟੈਸਟ ਕਰਾਉਂਦੇ ਹੋ, 2 ਦਿਨ ਘਰੇ ਰੁਕਦੇ ਹੋ ਜਾਂ 3 ਦਿਨ ਘਰੇ ਰੁਕਦੇ ਹੋ, ਛੁੱਟੀ ਲੈਂਦੇ ਹੋ ਤੇ $300 ਤੁਹਾਨੂੰ ਤੁਸੀਂ ਕਲੇਮ ਕਰ ਸਕਦੇ ਹੋ। ਜੇਕਰ ਤੁਸੀਂ ਅਗਰ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹੋ ਅਨਫੋਰਚੂਨੇਟਲੀ ਤੇ ਤੁਸੀਂ $1,500 ਕਲੇਮ ਕਰ ਸਕਦੇ ਹੋ ਤੇ ਤੁਹਾਡੀ ਜੋਬ ਵੀ ਸੇਫ ਰਹੇਗੀ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿਤੇ ਨਾ ਕਿਤੇ ਕੁਝ ਨਾ ਕੁਝ ਰਾਹਤ ਜ਼ਰੂਰ ਦਿੰਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਟੈਸਟ ਕਰਾਉਣ ਜਾਂਦੇ ਨੇ। ਤੇ ਇਹੋ ਚੀਜ਼ ਮੈਂ ਹੁਣ ਸੁਚਿਤਰਾ ਤੋਂ ਪੁੱਛਣਾ ਚਾਹਾਂਗਾ ਕਿ ਸੁਚਿਤਰਾ ਜੀ, ਤੁਹਾਡੇ ਉੱਥੇ ਦਿੱਲੀ ਦੇ ਵਿੱਚ ਜਿਹੜੇ ਹੁਣ ਟੈਸਟ ਹੋ ਰਹੇ ਨੇ, ਜਿਹੜੇ ਲੋਕੀ ਟੈਸਟ ਕਰਾ ਰਹੇ, ਦਿੱਲੀ ਨਹੀਂ ਮੈਂ ਗੱਲ ਕਰਾਂਗਾ ਪੂਰੇ ਇੰਡੀਆ ਦੇ ਵਿੱਚ, ਸਰਕਾਰ ਉਹਨਾਂ ਨੂੰ ਕਿਸ ਤਰੀਕੇ ਦੀਆਂ ਸੁੱਖ ਸੁਵਿਧਾ ਦੇ ਰਹੀ ਹੈ? ਜਿਸ ਤਰ੍ਹਾਂ ਕਿ ਮੈਂ ਇੱਥੇ ਦੱਸਿਆ ਕਿ ਇੱਥੋਂ ਦੀ ਗੌਰਮੈਂਟ ਪੇ ਕਰਦੀ ਹੈ $300। ਅਗਰ ਮੈਂ ਇੰਡੀਅਨ ਰੁਪੀਜ਼ 'ਚ ਦੱਸਾਂ ਤਕਰੀਬਨ 15-16 ਹਜ਼ਾਰ ਰੁਪਈਆ ਉਹ ਦਿੰਦੀ ਹੈ ਜੇਕਰ ਤੁਸੀਂ ਟੈਸਟ ਕਰਾਉਂਦੇ ਹੋ। ਅਗਰ ਤੁਸੀਂ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹੋ ਤੇ ਤੁਹਾਨੂੰ ਉਹ ਤਕਰੀਬਨ 80,000 ਰੁਪਈਆ ਤੁਹਾਡੇ ਅਕਾਊਂਟ 'ਚ ਪਾਉਂਦੀ ਹੈ ਜੇ ਤੁਸੀਂ ਕਰੋਨਾ पॉजिटिव। जी, मैं बताना चाहूंगी कि अभी तो भारत में जिस तरीके से कोरोना केसेस बढ़ रहे हैं, तो पहले मैं आपको कोरोना केसेस शुरू करके बताना चाहूंगी कि भारत में कोरोना केसेस जो है अभी 16 लाख के आसपास पहुंचने वाले हैं। और यहाँ पर अभी सरकारी सिस्टम के बारे में बात की जाए तो सरकार जो है गरीबों को, जहाँ पर जनधन अकाउंट जो है उन्होंने खुलवाया था, उन गरीबों के अकाउंट में 2-2 हजार रुपए महीने महीने डाल रही है। मगर बाकी कोरोना टेस्टिंग के नाम पर अभी सरकार किसी तरह की कोई भी मदद करने की नहीं कोशिश कर रही है। यहाँ पर किसी तरह की भी मदद देने की कोशिश नहीं की जा रही है। और साथ ही साथ जिस तरीके से अभी कोरोना केसेस बढ़ रहे हैं, महाराष्ट्र में 3.5 लाख के आसपास केसेस हैं, वही आप तमिलनाडु में देख ले, दूसरे स्थान पे तमिलनाडु आ रहा है जहाँ पर केसेस जो है दिन रात देखते ही देखते बढ़ते जा रहे हैं।
और तीसरा जो है दिल्ली इसका तीसरा शिकार बन रहा है, जहां पर कोरोना केसेस बहुत तेजी रफ्तार से बढ़ रहे हैं, मगर अभी सरकारी सिस्टम के नाम पर यहाँ पर कोई भी उपलब्धियां नहीं दी गई है। ਜੇਕਰ ਆਪਾਂ ਗੱਲ ਕਰੀਏ ਦੇਸ਼ ਦੀਆਂ ਦੂਜੀਆਂ ਖਬਰਾਂ ਲਈ, ਅੱਜ ਤੁਹਾਡੇ ਕੋਲ ਕੀ ਹੈਗਾ ਸਾਡੇ ਆਸਟ੍ਰੇਲੀਆ ਵਾਸੀਆਂ ਜਾਂ ਕੈਨੇਡਾ ਅमेरिका वासियों ਲਈ? जी, मैं आपको बताना चाहूंगी कि अभी जिस तरीके से भारत में लॉकडाउन का सरकार ने फैसला लिया था, अब जो है सरकार जो है यहाँ पर अनलॉक प्रोग्राम चला रही है। तो अनलॉक फेज 1 शुरू हो गया था, फेज 2 भी अब खत्म होने के कगार पे है। अब 1 अगस्त से जो है फेज 3 शुरू करने वाली है सरकार, जहाँ पर फेज 3 में जितने भी सरकार का पहले प्लान था कि जितने भी स्कूल हो गए, कॉलेज हो गए, इन सभी को खोल दिया जाएगा, इन सभी को धीरे धीरे खोल दिया जाएगा, बच्चों को अब जाने दिया जाएगा। लेकिन जिस तरीके से दिन रात केसेस बढ़ रहे हैं, यहाँ पर भारत में 50,000 90,000 केसेस हर दिन बढ़ रहे हैं, उसको देखते हुए सरकार ने ये फैसला लिया कि जितने भी स्कूल हो गए, पार्क हो गए या फिर थिएटर हो गए, इन सभी को अभी बंद ही रखा जाएगा। लेकिन मंदिर, मस्जिद, ये सभी जगहों को धीरे धीरे खोल दिया जाएगा। धीरे धीरे मॉल, मार्केट, इन सभी को खोले जा रहे हैं। साथ ही साथ दिल्ली सरकार का एक अपना बयान है, दिल्ली सरकार भी यहाँ पर बोल रही है कि अरविंद केजरीवाल का कहना है कि चाहे केसेस अब दिल्ली में कंट्रोल में है, तो अब दिल्ली में कोई भी लॉकडाउन नहीं रखा जाएगा। लेकिन वहीं पर बिहार हो गया, छत्तीसगढ़ हो गया, पश्चिम बंगाल हो गया, इन सभी एरिया को फिर से लॉकडाउन में रखा जा रहा है। 31 अगस्त तक इनको बंद करने का प्रोग्राम किया गया है, क्योंकि वहां पर केसेस जो है बहुत तेजी रफ्तार से बढ़ते हुए नजर आ रहे हैं। तो इसलिए वहां की सरकार जो है ये व्यवस्था बनाने का कोशिश कर रही है। तीसरा हमारी खबर जो है राम मंदिर विवाद को लेकर है। भारत में अभी एक नया मुद्दा जो उठा है वो राम मंदिर विवाद को लेकर है। राम मंदिर विवाद जो है बहुत पुराने मसले पर बहुत पहले से बातचीत होता था, लेकिन अभी ये सबसे ज्यादा चर्चा में इसलिए आया हुआ है क्योंकि भारत में अभी जिस तरीके से कोरोना केसेस बढ़ रहे हैं, कई लोगों को जो है खाने की पूर्ति भी नहीं हो पा रही है। आम गरीब लोग जो है ढंग से खाने की पूर्ति भी नहीं कर पा रहे हैं, रहने का बंदोबस्त नहीं कर पा रहे हैं। बाढ़ आया है, बहुत तरीके की परेशानी है देश में। ऐसे में यहाँ की सरकार जो है राम मंदिर को बनाने में लगी हुई है। 5 अगस्त को जो है यहाँ पर एक छोटा सा पूजन रखा जा रहा है, जिसमें कि 200 लोग शरीक होने वाले हैं, और साथ ही साथ इसमें हमारे पीएम भी इसमें शरीक होने वाले हैं, और इसको लेकर लाखों की तादाद में दिया भी जलाए जाएंगे। तो इन बातों पर हम कहना चाहेंगे कि जिस तरीके से अगर ये इन लोगों का कहना है कि सोशल डिस्टेंसिंग को मद्देनजर रखते हुए सरकार जो है 200 लोगों को शरीक कर रही है, मगर 200 लोगों को भी शरीक करना कहाँ की सोच-बूझ की बात है। और यहाँ पर हमारे देश का पीएम खुद इसमें शरीक हो रहे हैं, तो अगर उनको कल को कुछ हो जाएगा तो हमारे देश का भविष्य कहाँ पर जाएगा। और साथ ही साथ जिस तरीके से मंदिर को बनाने में जिस तरीके से पैसे का उपयोग किया जा रहा है, उन पैसों को अगर गरीबों तक पहुंचाया जाए तो हमारा देश का भविष्य और अच्छा हो सकता था। हम ये नहीं कह रहे कि मंदिर नहीं बनाना चाहिए, मंदिर बनाना चाहिए, मंदिर बनाए, मगर ये उचित समय नहीं है। उचित समय का उपयोग करके सही टाइम पे अगर मंदिर बनाते तो सभी लोग शरीक होते और सभी लोग इसका फायदा उठाते। मगर अभी हालात कहीं पर खाने की पूर्ति नहीं हो रही है, कई लोग बेघर हो चुके हैं बाढ़ में, और ऐसे में यहाँ पर मंदिर जैसे मसले उठाए जा रहे हैं, दिए जलाए जा रहे हैं लाखों की तादाद में, इसमें कितने तेल जलेंगे आप इससे उम्मीद लगा सकते हैं। और उन तेलों के ही पैसों से अगर गरीबों तक खाना पहुंचा दिया जाए या मदद पहुंचा दी जाए तो देश का बहुत अच्छा हो सकता है जी। तो अब हम आपको अगली टॉपिक बताना चाहेंगे। सुशांत सिंह राजपूत को लेकर जो है फिर से एक विवाद उठा है। सुशांत सिंह राजपूत जो आत्महत्या जो केस जो आई थी, उसमें यही साबित हो गया था कि उन्होंने आत्महत्या की थी, मगर अब इसमें एक नया ट्विस्ट आया कि लंबे समय से जो उनके पिताजी जो थे, जो चुप्पी बांध कर रखे थे, उन्होंने अपनी फाइनली चुप्पी तोड़ दी है। चुप्पी तोड़ते हुए उन्होंने रिया चक्रवर्ती को निशाना साधा और उनके ऊपर बिहार में एफआईआर दर्ज की, जहां पर उन्होंने रिया चक्रवर्ती के ऊपर आरोप लगाते हुए बताया कि रिया ने उनके बेटा को सुसाइड करने के लिए भड़काया है और साथ ही साथ उनके बेटा को गुलाम बनाने की कोशिश की, उनके फाइनेंशियली तौर पर यूज किया गया, उनके बेटा को हमेशा जो है गलत जादू टोना टोटका का उपयोग करके उनको फंसाने की कोशिश की गई। ये सभी चीजों के बारे में बताया गया, जिसके बारे में उनके पिता जो है खुलकर 16 आरोप लगाए और 3-4 उन्होंने रिया से सवाल भी किए, जिसपे कि रिया चक्रवर्ती का जो है अभी खुलकर सामने आई है और वो कह रही है क्या कि मुंबई पुलिस जो है इस केस की जांच पड़ताल करे। अब यहाँ पर एक सवाल ये भी उठ रहा है कि आखिरकार बिहार पुलिस को वो जांच पड़ताल क्यों नहीं करने देना चाह रही है, क्योंकि मुंबई पुलिस ने केस को बंद कर दिया था, जांच पड़ताल कर ये कहा था कि सुशांत ने खुद से, इसमें रिया कहीं से भी इन्वॉल्व नहीं है। अब रिया इतना श्योर होकर ऐसे कैसे कह सकती है कि मुंबई पुलिस ही इसकी जांच पड़ताल करे। और यहाँ पर ये सवाल पूछने वाले हम नहीं है, खुद सुशांत के पिता है, वो कह रहे हैं
कि भाई बिहार की पुलिस जांच पड़ताल कर रही है तो इससे इनको किस तरीके का मसला हो रहा है। तो इस मामले में जो है अभी बिहार पुलिस भी जांच पड़ताल कर रही है और मुंबई पुलिस भी जांच पड़ताल कर रही है, और रिया के ऊपर 3-4 धाराएं लगी है जिसके खिलाफ जो है वो फंस रही है। धारा 306 लगाया जिसमें कि उनके ऊपर आत्महत्या के लिए भड़काने का आरोप लगाया गया। धारा 342 लगाया गया है जबरदस्ती गलत तरीके से बंधक बनाने के आरोप पे, और धारा 380 लगाया है घर में चोरों की तरह रहने के लिए, घर में चोरी करने के लिए, इस मामले को लेकर। तो ये 3 जो है धाराएं लगाई गई है जिसमें कि रिया जो है सबसे बड़ा वकील अपने लिए हायर की है, और वो सुप्रीम कोर्ट में ये अर्जी डाली है कि ये केस जो है इसकी जांच पड़ताल जो है मुंबई पुलिस करे। अब हम आपको अगली मैटर बताना चाहेंगे। हमारा अगला मैटर जो है अनलॉक 3 को लेकर हमने आपको बता ही दिया था। अब हमारा अगला मैटर जो है एक अमेरिका से न्यूज जो बड़ा तेजी से फैल रहा था, जिसमें कि एक 29 साल का जो लड़का है फ्लोरिडा का रहने वाला अमेरिका का, उसने जो है कोरोना के नाम पर, राहत कोष के नाम पर लोगों से फंड लिए थे, सरकार से फंड लिए थे। सरकार से $138 के फंड लेने के बाद उसने उस सरकार से ये कहकर फंड लिया था कि लोगों को सैलरी नहीं मिल रही है और उससे सैलरी देने के लिए उससे मदद चाहिए, और उसने बैंक से भी $40 लाख के आसपास लोन लिए थे और लोगों की मदद के लिए उसने ये सारे पैसे लिए थे। मगर जब इस मामले में जांच पड़ताल की गई तो जिन लोगों के सैलरी के नाम पे उसने सरकार से पैसे लिए थे ऐसे कोई लोग ही नहीं थे, और कई लोगों को उतनी राशि मिली ही नहीं। तो ये मामला सामने आया है, और इस मामले के बारे में पता कैसे चला, तो उसने इस पैसे से क्या किया, सबसे पहले मैं आपको बताना चाहूंगी। उसने लैम्बोर्गिनी कार खरीदी और जितने भी रहीसी चीजें जो हो गए उसने ये खरीदने की कोशिश की। रहीसी होटल में रहना, अपना खर्च करना, ये सारी चीजें की। मगर इस मामले में पुलिस तक बात तब पहुंची जब उसकी स्पोर्ट्स कार से किसी आदमी का एक्सीडेंट हुआ। तब इस मामले में जांच पड़ताल की गई तो ये पता चला कि उसने कोरोना राहत कोष के नाम पर ये पैसे लिए थे, और उसके पास अभी जो है 29 करोड़ रुपए पाए गए। और इस मामले में लेकर मैं भारत में भी कहना चाहूंगी कि कई सारे एनजीओ है, कई सारी कंपनी जो है कोरोना के नाम पर ऐसा काम कर रहे हैं कि लोगों से पैसे ले रहे हैं। बल्कि भारत में ही नहीं, बड़ी बड़ी कंपनियां, हम उसका नाम नहीं ले सकते, मगर आपको पता होगा कि उबर जैसे, ओला जैसे कई कंपनियां हैं जहां पर 1-1 रुपए लोगों से लिया जाता है। अब आपसे अंदाजा लगा ले कि अगर 20 करोड़ लोग भी अगर इस एप्लीकेशन का इस्तेमाल कर रहे हैं और 1-1 रुपया जो है क्या है, कुछ नहीं है, आसानी से लोग दे देगा। अगर 1-1 रुपए भी दे रहे हैं तो आप समझ लीजिए कि हर दिन 20 करोड़ रुपए दे रहे हैं, मगर लोगों तक मदद कहीं तो नहीं पहुंच रहा है। तो ये बहुत सारी ऐसी कंपनियां, बहुत सारी एनजीओ जो है जो लोगों की मदद के नाम पर पैसे लेते हैं, मगर लोगों तक मदद नहीं पहुंच पा रही है। लोग अभी भी परेशान ही दिखाई दे रहे हैं, हताश ही दिखाई दे रहे हैं। तो ये सारे मामले जो है जिसके बारे में हम बात करना चाहते थे और के बारे में बताना चाहते थे कि भारत में ये सारी मामले जो है चल रही है, और इस पे जो है लोग परेशान है, हताश है, सरकार से भी नाराज है, व्यवस्था बहुत बुरी हो रही है इसकी वजह से। हाँ, एक खबर और भारत में सुनने को मिल रही है कि अमिताभ बच्चन बड़े सुर्खियों में हैं कुछ पिछले समय से। उनके पूरे परिवार को कोरोना वायरस था, उनकी वो अभी अकेले अपने बेटे के साथ हॉस्पिटल में है। तो क्या वो कहानी है, क्या वो बातें हैं जो अभी भी अखबारों की सुर्खियों में है इनके लिए? सबसे पहले मैं आपको बताना चाहूंगी कि अमिताभ बच्चन जो है उनको जब से कोरोना हुआ था तो उनको मुंबई के नानावती हॉस्पिटल में रख दिया गया था। उनके परिवार में सभी को कोरोना हुआ था सिवाय उनकी बीवी को। तो जब अभी ऐश्वर्या और उनकी बेटी आराध्या जो है भगवान के तौर से देखे तो वो सुरक्षित अपने घर पे पहुंच गई है, लेकिन अभी भी अभिषेक और अमिताभ जो है नानावती हॉस्पिटल में भर्ती और उनकी इलाज चल रही है। अब चूंकि पूरे समय जो ये खाली बैठे रहते हैं तो वो सोशल मीडिया का इस्तेमाल कर रहे हैं और अपने फैंस से जुड़े हुए हैं। मगर आपको पता होगा कि 2 तरीके के फैंस होते हैं, एक जो आपकी अच्छी तारीफ करे और एक जो आपकी गाली गलौज करे, गलत शब्दों का उपयोग करे। तो यहाँ पर गलत शब्दों का उपयोग किया गया और अमिताभ बच्चन जी को इस तरीके से भड़का दिया गया कि अमिताभ बच्चन जी काफी क्रोधित थे, तो पहले से ही परेशान थे, हताश थे जिंदगी। और उसके बाद जिस तरीके से लोगों का कमेंट और मजाक उड़ाना को देखकर, मीम्स को देखकर वो शायद अपनी भावनाओं को कंट्रोल नहीं कर पाए और कई शब्द का उन्होंने उपयोग कर लिया सोशल मीडिया पर जिसपे कि उनको बाद में खुद पछतावा हुआ और रिग्रेट फील कर रहे हैं। तो ये इसी मामले को लेकर था जिसपे कि वो अभी सबसे ज्यादा चर्चे में चल रहे हैं। धन्यवाद सुचित्रा जी।
ਅੱਛਾ, ਇੱਕ ਹੋਰ ਮਾਮਲਾ ਹੈਗਾ ਜਿਹੜਾ ਕਿ ਆਗਰਾ ਦੇ ਨਾਲ ਹੈਗਾ। ਆਗਰਾ ਤੋਂ ਰਿਪੋਰਟ ਹੈਗੀ ਹੈ ਕਿ ਲੜਕੀਆਂ ਨੂੰ ਅਗਰ ਕੋਈ ਬੰਦਾ ਫੇਸਬੁੱਕ ਰਿਕੁਐਸਟ ਭੇਜੇਗਾ ਤੇ ਉਹਦੇ ਤੇ ਸ਼ਾਇਦ ਜੁਰਮਾਨਾ ਹੋ ਸਕਦਾ ਹੈ 5 ਲੱਖ रुपए तक ਤੇ 3 साल ਦੀ ਕੈਦ ਵੀ ਹੋ ਸਕਦੀ ਹੈ। ਇਹ ਕੀ खबर हैगी? छोटे मामले होते रहते हैं जब लड़कियों के साथ उत्पीड़न, आपको पता होगा कि सोशल मीडिया पर लड़कियों को बहुत ज्यादा उत्पीड़न का शिकार बनाया जाता है। सोशल मीडिया पर गलत चीजें जो है, सोशल मीडिया पर क्राइम रिपोर्ट बहुत ज्यादा होते हैं, साइबर क्राइम बहुत ज्यादा होता है। तो इसको देखकर वहां पर आगरा में ऐसा सरकार ने डिसीजन लिया था, मगर ऐसा बिल्कुल भी नहीं हो रहा है। वहां पर लड़कों को डराने के लिए ऐसा किया गया था ताकि लड़के जो है साइबर क्राइम जैसी चीजें को बंद कर दे और लोग जो है सही राह पर चल सके। पर देखने की बात यहाँ एक और है कि उन्होंने कहा है कि 3 बार करने के बाद, 3 बार अगर फ्रेंड रिक्वेस्ट भेजोगे उसके बाद में आपको पुलिस पकड़ेगी, मतलब आप 2 तक सेफ हो। जी, इस मामले में मैंने आपको कहा कि 2 तरह तो सेफ है, तीसरी बार पर शायद पुलिस आपको आके पकड़ेगी। मगर ऐसा अभी मामला सामने नहीं आया है कि जहां पर लड़कों ने 2 बार फ्रेंड रिक्वेस्ट भेजा और तीसरी बार में उनको पुलिस पकड़ के लेके गई थी। ये बस वहां की लड़कों को, यूथ को जो है उनके गर्म खून को कंट्रोल करने के लिए ऐसा किया गया है ताकि साइबर क्राइम पर थोड़ा कंट्रोल पाया जा सके और भारत को और यहाँ की लड़कियों को बचाया जा सके। थैंक यू श्वेता तिवारी जी, आपका हमारे साथ जुड़ने के लिए। अगले हफ्ते फिर आपसे मिलेंगे स्टील खबरनामा में। ठीक है, थैंक यू चित्रा जी, बहुत बहुत शुक्रिया। हाँ जी रवि जी, ਹੁਣ ਅਸੀਂ ਗੱਲ ਕਰਾਂਗੇ ਨਿਊ ਸਾਊਥ ਵੇਲਸ ਸੂਬੇ ਦੀ ਕੁਝ ਹੋਰ ਖਬਰਾਂ ਦੀ। ਪਹਿਲੇ ਸਾਂਝ ਪਾਉਂਦੇ ਆ ਇੱਕ ਦੰਪਤੀ ਦੀ ਜਿਹਦੇ ਨਾਲ ਕੁੱਟਮਾਰ ਕੀਤੀ ਗਈ। ਇੱਕ 85 ਸਾਲਾ ਹੈਦਰ ਨਾਮ ਦਾ ਵਿਅਕਤੀ ਤੇ ਉਹਦੀ ਪਤਨੀ 74 ਸਾਲਾਂ ਦੀ ਹਮੀਦਾ, ਜਿਹਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਹ ਹਮੀਦਾ ਨੂੰ ਇਸ ਸਮੇਂ ਚੱਲਣ ਤੁਰਨ ਵਿੱਚ ਬੜੀ ਦਿੱਕਤ ਆ ਰਹੀ ਹੈ। ਉਹਦੀ ਸੁਣਿਆ ਕਿ ਉਹਦਾ ਹਿਪਸ ਵੀ ਬ੍ਰੋਕਨ ਹੋ ਚੁੱਕੇ ਨੇ ਤੇ ਉਹਦੇ ਲਈ ਪੁਲਿਸ ਨੇ ਇੱਕ ਸ਼ਿਵ ਹੈਂਗ 46 ਸਾਲਾ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਉਹਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ, ਅਗਲੀ ਖਬਰ ਵੀ ਐਲਡੀ ਤੋਂ ਲਵਾਂਗੇ ਆਪਾਂ, ਜਿੱਥੇ ਇੱਕ ਸਟੀਕ ਇੱਕ ਔਰਤ ਖਰੀਦਦੀ ਹੈ ਤੇ ਉਹਦੇ ਅੰਦਰ ਕਾਕਰੋਚ ਨਿਕਲਦਾ ਹੈ ਤੇ ਉਹਦੀ ਕੰਪਲੇਂਟ ਕਰਦੀ ਹੈ ਤੇ ਬਾਅਦ ਵਿੱਚ ਐਲਡੀ ਦੁਆਰਾ ਇਹਦੇ ਲਈ ਮਾਫੀ ਮੰਗੀ ਜਾਂਦੀ ਹੈ ਤੇ ਉਹ ਕੇਸ ਨੂੰ ਰਿਵਿਊ ਕਰ ਰਹੇ ਨੇ। ਅਗਲੀ ਖਬਰ ਵੱਲ ਵਧਦੇ ਹਾਂ ਤੇ ਇਹ ਖਬਰ ਵੀ ਆਪਣੇ ਆਪ 'ਚ ਬੜੀ ਦੁਖਦਾਈ ਹੈ ਕਿ ਇੱਕ 2 ਸਾਲਾ ਬੱਚੀ ਦੇ ਨਾਲ ਰੇਪ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਇਹ ਕਹਿ ਲਓ ਵੀ ਸੈਕਸ਼ੂਅਲ ਅਸੌਲਟ ਦੀ ਕੋਸ਼ਿਸ਼ ਹੋਈ ਹੈ ਉਹਦੇ ਨਾਲ। ਤੇ ਇਹ ਜਿਹੜਾ ਹੈਗਾ ਕਿ ਇਹ ਸਿਡਨੀ ਦੀ ਖਬਰ ਹੈ, ਵੈਸਟਰਨ ਸਿਡਨੀ ਤੋਂ। ਤੇ ਇਹ ਇੱਕ ਪਲੇ ਗਰਾਊਂਡ ਦੇ ਵਿੱਚ ਜਿਹੜੀ 2 ਸਾਲਾ ਬੱਚੀ ਉੱਥੋਂ ਦੇ ਸਟੋਰ ਦੇ ਵਿੱਚ ਪਾਈ ਗਈ, ਜਦੋਂ ਕਿ ਉਹਦੀ ਮਾਂ ਹਜੇ ਲੱਭ ਹੀ ਰਹੀ ਸੀ। ਹਾਂਜੀ, ਇਹੀ ਖਬਰ ਦੀ ਆਪਾਂ ਸਾਂਝ ਦੁਆਰਾ ਪਾਵਾਂਗੇ। ਹੁਣੇ ਖਬਰ ਮਿਲੀ ਹੈ ਕਿ ਪੁਲਿਸ ਨੇ ਪੂਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਨੇ ਤੇ ਪਤਾ ਲੱਗਿਆ ਹੈ ਕਿ ਉਹ ਬੱਚਾ ਆਪਣੇ ਆਪ ਸਟੋਰ ਤੱਕ ਪਹੁੰਚਿਆ ਸੀਗਾ ਤੇ ਉਹ ਬੱਚਾ 20 ਮਿੰਟ ਤੱਕ ਸਟੋਰ ਵਿੱਚ ਰਿਹਾ ਤੇ ਇੱਕ ਦੂਸਰੇ ਬੱਚੇ ਦੇ ਦੱਸਣ ਦੇ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਉਹਦੀ ਮਾਂ ਨੇ ਜਦ ਉਹਦੀ ਰੋਣ ਦੀ ਗੱਲ ਸੁਣੀ ਤੇ ਪੁਲਿਸ ਨੇ ਤਫਤੀਸ਼ ਕੀਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਤੱਕ ਕਿਸੇ ਵੀ ਵਿਅਕਤੀ ਨੂੰ ਉੱਥੇ ਨਹੀਂ ਦੇਖਿਆ ਗਿਆ ਤੇ ਸੀਸੀਟੀਵੀ ਕੈਮਰਾ ਪੂਰੀ ਤਰ੍ਹਾਂ ਦੇਖਿਆ ਜਾ ਰਿਹਾ, ਪਰ ਬੱਚੀ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਉਹਦਾ ਚੈੱਕਅਪ ਕੀਤਾ ਗਿਆ। ਉਸ ਤੋਂ ਬਾਅਦ ਇਸ ਸਮੇਂ ਪੁਲਿਸ ਦਾ ਕਹਿਣਾ ਹੈ ਕਿ ਉਹ DNA ਟੈਸਟ ਦੀ ਵੇਟ ਕਰ ਰਹੀ ਹੈ ਤੇ ਕੁਝ ਕਹਿ ਪਾਉਣ ਵਿੱਚ ਸક્ષਮ ਹੋ ਪਾਉਣਗੇ, ਪਰ ਇਸ ਸਮੇਂ ਤੱਕ ਇਹੋ ਜਿਹਾ ਕੋਈ ਫੋਟੋ ਜਾਂ ਇਹੋ ਜਿਹਾ ਸੀਸੀਟੀਵੀ ਵਿੱਚ ਕੁਝ ਦੇਖਣ ਨੂੰ ਨਹੀਂ ਮਿਲਿਆ ਕਿ ਬੱਚੇ ਨੂੰ ਅਸੌਲਟ ਕੀਤਾ ਗਿਆ ਹੈ। ਜੀ, ਜਿਸ ਤਰ੍ਹਾਂ ਕਿ ਪੂਰੀ ਦੁਨੀਆ ਦਾ ਰੁਝਾਨ ਹੁਣ ਜਿਹੜਾ ਹੈਗਾ ਆਸਟ੍ਰੇਲੀਆ ਵੱਲ ਹੋਇਆ ਕਿ ਉਹਨਾਂ ਦਾ ਚਾਅ ਹੈਗਾ ਜਾਂ ਮਨਸ਼ਾ ਹੁੰਦੀ ਹੈ ਕਿ ਆਸਟ੍ਰੇਲੀਆ ਜਾ ਕੇ ਉਹਨਾਂ ਨੇ ਵਸਣਾ, ਆਸਟ੍ਰੇਲੀਆ ਜਾ ਕੇ ਰਹਿਣਾ ਹੈ, ਉੱਥੋਂ ਦੀ PR ਸਿਟੀਜ਼ਨਸ਼ਿਪ ਲੈਣੀ ਹੈ। ਤੇ ਇਸੇ ਹੀ ਤਰ੍ਹਾਂ ਇਸ ਸਾਲ ਜਿਹੜੇ ਪਿਛਲੇ 12 ਮਹੀਨਿਆਂ ਦੇ ਵਿੱਚ ਇੱਕ ਰਿਕਾਰਡ ਤੋੜ ਜਿਹੜੀ ਸਿਟੀਜ਼ਨਸ਼ਿਪ ਮਿਲੀ ਹੈ ਲੋਕਾਂ ਨੂੰ, 2 ਲੱਖ ਦਾ ਅੰਕੜਾ ਇਹ ਪਾਰ ਕਰ ਗਈ ਹੈ, ਜੋ ਕਿ ਅੱਜ ਤੱਕ ਪਹਿਲੇ ਹਜੇ ਕਦੇ ਨਹੀਂ ਸੀ ਹੋਇਆ। ਸੋ ਇਸ ਵਾਰੀ 2 ਲੱਖ ਲੋਕਾਂ ਨੂੰ ਇਹ ਸਿਟੀਜ਼ਨਸ਼ਿਪ ਆਸਟ੍ਰੇਲੀਆ ਦੀ ਮਿਲੀ ਹੈ। ਗੱਲ ਕਰਾਂਗੇ ਫਸਟ ਹੋਮ ਵਾਇਰ ਵਾਸਤੇ ਇੱਕ ਖੁਸ਼ਖਬਰੀ ਜਿਹੜੀ ਦਿੱਤੀ ਹੈ ਸਾਡੇ ਟ੍ਰੇਜ਼ਰ ਡੋਮਿਨਿਕ ਪੈਰਟ ਨੇ। ਉਹਨਾਂ ਨੇ ਦੱਸਿਆ ਕਿ ਸਟੈਂਪ ਡਿਊਟੀ ਵਿੱਚ ਤੁਹਾਨੂੰ ਹੁਣ ਛੂਟ ਮਿਲੇਗੀ। ਜਿਹੜਾ ਬੰਦਾ 800,000 ਤੋਂ ਜਾਂ 1 ਮਿਲੀਅਨ ਤੱਕ ਦਾ ਮਕਾਨ ਲੈਂਦਾ ਹੈ ਤੇ ਉਹਨੂੰ 1 ਅਗਸਤ ਤੋਂ ਇਹ ਜਿਹੜੀ ਸਕੀਮ ਲਾਗੂ ਕੀਤੀ ਜਾਵੇਗੀ ਤੇ ਉਹਦੇ ਵਿੱਚ ਸਟੈਂਪ ਡਿਊਟੀ ਛੂਟ ਦਿੱਤੀ ਜਾਵੇਗੀ। ਪਹਿਲੇ ਇਹਦੀ ਕੀਮਤ 6,50,000 ਦੇ ਕਰੀਬ ਸੀਗੀ, ਪਰ ਹੁਣ ਇਹ 1 ਅਗਸਤ ਤੋਂ ਵਧਾ ਦਿੱਤੀ ਗਈ ਹੈ। ਜੀ, ਬੜੀ ਖੁਸ਼ਖਬਰੀ ਦੀ ਗੱਲ ਹੈ। ਹੁਣ ਅਸੀਂ ਗੱਲ ਕਰ ਰਹੇ ਹਾਂ ਨਾਰੇਵਾਰਨ ਸਾਊਥ ਦੇ ਜਿਹੜਾ
ਜਿਹੜਾ ਕਿ ਟਾਰਗੇਟ ਹੈਗਾ ਕੇਸੀ ਫੀਲਡ ਸ਼ਾਪਿੰਗ ਸੈਂਟਰ ਦੇ ਅੰਦਰ, ਉਹਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਕਰਮਚਾਰੀ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਸੀ, ਤੇ ਮਗਰ ਉਸ ਦੇ ਬਾਵਜੂਦ ਉਹ ਜਿਹੜਾ ਸਟੋਰ ਹੈਗਾ ਬੰਦ ਨਹੀਂ ਹੋਇਆ। ਉਸ ਜਿਹੜਾ ਇੰਪਲੋਈ ਨੂੰ ਉਹਦੀ ਜ਼ਰੂਰ ਉਹਨੂੰ ਉੱਥੋਂ ਭੇਜ ਦਿੱਤਾ ਗਿਆ ਆਈਸੋਲੇਟ ਕਰਨ ਲਈ, ਮਗਰ ਉਹ ਟਾਰਗੇਟ ਐਜ਼ ਇਟ ਇਜ਼ ਹੀ ਚੱਲਦਾ ਪਿਆ। ਅਗਲੀ ਖਬਰ ਦੀ ਸਾਂਝ ਅਸੀਂ ਪਾਵਾਂਗੇ ਕੁਇਨਸਲੈਂਡ ਦੀ ਉਹਨਾਂ ਤਿੰਨਾਂ ਔਰਤਾਂ ਦੀ ਜਿਨ੍ਹਾਂ ਨੂੰ 5 ਸਾਲ ਤੇ $13,345 ਦਾ ਜੁਰਮਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਉਹਨਾਂ ਨੇ ਇਹ ਕਾਰਨਾਮਾ ਕੀਤਾ ਜਿਹਦੇ ਕਰਕੇ ਕਈ ਲੋਕ ਇਸ ਸਮੇਂ ਕਰੋਨਾ ਵਾਇਰਸ ਦੇ ਨਾਲ ਪੀੜਿਤ ਹੋ ਗਏ ਨੇ। ਇਹਨਾਂ ਦਾ ਕਸੂਰ ਇਹ ਸੀਗਾ ਵੀ ਇਹਨਾਂ ਨੇ ਕੁਇਨਸਲੈਂਡ ਬਾਰਡਰ ਪਾਰ ਕਰਨ ਵੇਲੇ ਗਲਤ ਖਬਰ ਦੇ ਕੇ ਉਹਨੂੰ ਬਾਰਡਰ ਪਾਰ ਕੀਤਾ ਸੀਗਾ ਤੇ ਫਾਲਸ ਤੇ ਮਿਸਲੀਡਿੰਗ ਡਾਕੂਮੈਂਟ ਫੌਰਜੀ ਨਾਲ ਲਾਏ ਸੀਗੇ ਜੋ ਬਾਅਦ ਵਿੱਚ ਫੜੇ ਗਏ ਨੇ। ਇਸ ਤੋਂ ਇਲਾਵਾ ਇਹਨਾਂ ਔਰਤਾਂ ਨੇ ਡੈਕਲੇਰੇਸ਼ਨ ਪਾਸ ਭਰਨ ਵੇਲੇ ਵੀ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ ਜਿਹਦਾ ਪੁਲਿਸ ਨੇ ਖੁਲਾਸਾ ਕੀਤਾ ਹੈ ਤੇ ਇਹਨਾਂ ਤਿੰਨਾਂ ਔਰਤਾਂ ਨੂੰ ਹੋ ਸਕਦਾ ਲੰਬੇ ਸਮੇਂ ਤੱਕ ਜੇਲ੍ਹ ਦੇ ਪਿੱਛੇ ਜਾਣਾ ਪਵੇ। ਸੋਨੂ ਸੂਦ ਦੀ ਗੱਲ ਕਰ ਰਹੇ ਹਾਂ ਪੰਜਾਬ ਤੋਂ, ਆਪਣੇ ਮੋਗਾ ਜ਼ਿਲ੍ਹੇ ਤੋਂ। ਸੋਨੂ ਸੂਦ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਇੱਕ ਆਪਣੀ ਵੱਖਰੀ ਹੀ ਪਹਿਚਾਣ ਬਣਾਈ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ ਤੇ ਸਾਡੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਖਾਸ ਕਰਕੇ ਉਹ ਇੱਕ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜਾ ਕਿ ਪਿਛਲੇ ਦਿਨੀ ਉਹਨਾਂ ਨੇ ਕੀਤਾ ਵੀ ਸੀ ਕਿ ਉਹਨਾਂ ਨੇ ਆਪ ਹੀ ਸਾਰਾ ਕੁਝ ਆਰਗੇਨਾਈਜ਼ ਕੀਤਾ ਸੀ ਆਪਣੀ ਟੀਮ ਦੇ ਨਾਲ ਮਿਲ ਕੇ। ਜਿਹੜੇ ਸੜਕ ਤੇ ਤੁਰੇ ਜਾ ਰਹੇ ਸਨ ਮਜ਼ਦੂਰ 1000 2,000 ਕਿਲੋਮੀਟਰ, ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ, ਬੱਸਾਂ ਰਾਹੀਂ, ਟ੍ਰੇਨਾਂ ਰਾਹੀਂ, ਜਿੱਦਾਂ ਵੀ ਉਹਨਾਂ ਨੇ ਮੈਨੇਜ ਕਰਕੇ ਸਾਰਾ ਕੁਝ। ਉਹ ਹੁਣ ਵੀ ਇਹ ਸਾਰਾ ਕੁਝ ਕੰਮ ਕਰ ਰਹੇ ਨੇ, ਮਗਰ ਉਹ ਇਹ ਕੰਮ ਸਰਕਾਰ ਦੀ ਮਦਦ ਤੋਂ ਬਿਨਾਂ, ਹਜੇ ਤੱਕ ਉਹਨਾਂ ਕੋਲ ਸਰਕਾਰ ਦੀ ਕੋਈ ਮਦਦ ਨਹੀਂ ਪਹੁੰਚੀ। ਜੋ ਕੁਝ ਵੀ ਕਰ ਰਹੇ ਨੇ ਉਹ ਆਪਣੇ ਬਲਬੂਤੇ ਤੇ ਕਰ ਰਹੇ ਨੇ, ਆਪਣੀ ਟੀਮ ਦੇ ਨਾਲ ਕਰ ਰਹੇ ਨੇ। ਅਸੀਂ ਹੁਣ ਗੱਲ ਕਰਦੇ ਹਾਂ ਆਪਣੇ ਚੌਥੇ ਸਤੰਭ ਦੀ, ਜਿਹਨੂੰ ਅਸੀਂ ਪੱਤਰਕਾਰ ਕਹਿੰਦੇ ਨੇ ਜਾਂ ਪ੍ਰੈਸ ਰਿਪੋਰਟਰ ਕਹਿੰਦੇ ਨੇ। ਭਾਰਤ ਵਿੱਚ ਜੇ ਕੋਈ ਇਨਸਾਨ, ਕੋਈ ਬੰਦਾ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਇਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ 3 ਸਾਲ ਦੀ ਸਜ਼ਾ ਤੇ 50,000 ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਸ ਲਈ ਸਰਕਾਰ ਇਹ ਕਹਿੰਦੀ ਹੈ ਕਿ ਪੱਤਰਕਾਰਾਂ ਦਾ ਸਨਮਾਨ ਕਰੋ। ਸਾਡਾ ਚੌਥਾ ਸਤੰਭ ਨੇ ਬੜੀ ਚੰਗੀ ਖਬਰ ਹੈ। ਪੱਤਰਕਾਰਾਂ ਨੂੰ ਪਿੱਛੇ ਜੀ ਬੜਾ ਕੁਝ ਸਹਿਣਾ ਪਿਆ ਹੈ ਕਰੋਨਾ ਵਾਇਰਸ ਦੀਆਂ। ਉਹ ਜਦੋਂ ਰਿਪੋਰਟਾਂ ਕਰਦੇ ਸੀਗੇ, ਉਹ ਹਸਪੀਟਲ ਜਾਂਦੇ ਸੀ, ਕਈ ਵਾਰ ਉਹਨੂੰ ਜੁੱਤੀਆਂ ਵੀ ਖਾਣੀਆਂ ਪਈਆਂ। ਤੇ ਉਹ ਗਲਤ ਹੈ, ਇੱਕ ਗਲਤ ਮੈਸੇਜ ਦਿੰਦਾ ਹੈ। ਜਿਹੜੇ ਸਾਡੀ ਹਰ ਸਮੇਂ ਹੈਲਪ ਕਰਦੇ ਨੇ, ਸਾਨੂੰ ਸੱਚਾਈ ਵਿਖਾਉਂਦੇ ਨੇ, ਉਹਨਾਂ ਦੀ ਇੱਜ਼ਤ ਤੇ ਮਾਣ ਹੋਣਾ ਬੜਾ ਜ਼ਰੂਰੀ ਹੈ ਤੇ ਇਹਦੇ ਲਈ ਭਾਰਤ ਸਰਕਾਰ ਨੇ ਬੜੇ ਚੰਗੇ ਕਦਮ ਚੁੱਕੇ ਨੇ ਜੀ। ਹਾਂਜੀ ਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹ ਬੜੇ ਅੱਛੇ ਕਦਮ ਹੈ। ਜਿਸ ਤਰ੍ਹਾਂ ਕਿ ਹੁਣ ਪਿਛਲੇ ਕੁਝ ਚਿਰ 'ਚ ਦੇਖਣ ਨੂੰ ਕਾਫੀ ਘਟਨਾਵਾਂ ਇਹੋ ਜਿਹੀਆਂ ਆਈਆਂ ਸੀ ਕਿ ਪੱਤਰਕਾਰ ਭਾਈਚਾਰੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਸੀ ਵਾਰਦਾਤਾਂ ਵਾਪਰੀਆਂ ਨੇ। ਈਵਨ ਕਿ ਹੁਣ ਪਿੱਛੇ ਜੇ ਹੀ ਜਿੱਥੇ ਦੀ ਸਰਕਾਰ ਹੈਗੀ ਹੈ, ਯੋਗੀ ਸਰਕਾਰ ਯੂਪੀ ਦੀ, ਉੱਥੇ ਇੱਕ ਪੱਤਰਕਾਰ ਭਾਈਚਾਰੇ 'ਚੋਂ ਹੀ ਸਨ ਜੋ ਕਿ ਰਾਤ ਨੂੰ ਆਪਣੀ ਫੈਮਿਲੀ ਦੇ ਨਾਲ ਸਨ। ਉਹਨਾਂ ਨੂੰ ਉਹਨਾਂ ਦੀ ਕਾਰ 'ਚੋਂ ਕੱਢ ਕੇ ਸ਼ਰੇਆਮ ਉੱਥੇ ਹੀ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹ ਜਿਨ੍ਹਾਂ ਨੇ ਮਾਰਿਆ ਉਹ ਮਾਰ ਕੇ ਬੜੇ ਆਰਾਮ ਦੇ ਨਾਲ ਉੱਥੋਂ ਚਲੇ ਵੀ ਗਏ। ਤੇ ਅੱਜ ਤੱਕ ਦੀ ਉਸ ਕਾਰਵਾਈ ਦਾ ਹਜੇ ਤੱਕ ਸਾਨੂੰ ਨਹੀਂ ਪਤਾ। ਜਦੋਂ ਤੱਕ ਅਸੀਂ ਕੱਲ ਤੱਕ ਉਹਨੂੰ ਫੋਲੋ ਕਰਦੇ ਪਏ ਸਨ ਤੇ ਉਦੋਂ ਤੱਕ ਤੇ ਉਹਨਾਂ ਬੰਦਿਆਂ ਦੀ ਹਜੇ ਪਹਿਚਾਣ ਕੋਈ ਨਹੀਂ ਸੀ ਹੋਈ। ਤੇ ਜਦੋਂ ਵੀ ਇਸ ਕੇਸ ਦੀ ਕੋਈ ਅੱਗੇ ਰਿਪੋਰਟ ਵੱਧਦੀ ਹੈ ਤੇ ਅਸੀਂ ਤੁਹਾਨੂੰ ਦਵਾਂਗੇ। ਹਾਂਜੀ, ਇਹਨਾਂ ਗੱਲਾਂ ਦੀ ਹਮੇਸ਼ਾ ਨਿਖੇਧੀ ਹੋਣੀ ਚਾਹੀਦੀ ਹੈ ਤੇ ਆਪਾਂ ਹਮੇਸ਼ਾ ਸਰਕਾਰ ਦੀ ਪਹਿਲ ਕਦਮੀ ਦੀ ਬੜੀ ਮਾਣ ਤੇ ਸਨਮਾਨ ਨਾਲ ਉਹਨਾਂ ਦਾ ਥੈਂਕ ਯੂ ਕਹਿੰਦੇ ਨੇ ਜੀ। ਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਆਸਟ੍ਰੇਲੀਆ ਖਬਰਨਾਮਾ ਪਸੰਦ ਹੋਏਗਾ। ਇੱਕ ਚੀਜ਼ ਫਿਰ ਜਾਣ ਤੋਂ ਪਹਿਲੇ ਕਿ ਤੁਸੀਂ ਇਸ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਅਸੀਂ ਹਮੇਸ਼ਾ ਹੀ ਇਹਦੇ ਵਿੱਚ ਕੋਈ ਨਾ ਕੁਝ ਹੋਰ ਬਿਹਤਰੀ ਦੇ ਨਾਲ ਤੁਹਾਡੇ ਤੱਕ ਖਬਰਾਂ ਪੂਰੀ ਦੁਨੀਆ ਤੋਂ, ਆਸਟ੍ਰੇਲੀਆ ਤੋਂ, ਇੰਡੀਆ ਤੋਂ, ਜਿੱਥੋਂ ਜਿੱਥੋਂ ਦੀਆਂ ਮੇਨ ਹਾਈਲਾਈਟ ਖਬਰਾਂ ਉਹ ਅਸੀਂ ਤੁਹਾਨੂੰ ਪਹੁੰਚਾ ਸਕੀਏ। ਤੇ ਇਸ ਦੇ ਨਾਲ ਹੀ ਤੁਹਾਡਾ ਆਪਣਾ, ਆਪਣਿਆਂ ਲਈ ਆਪਣਾ ਫਰੈਂਡ ਚੈਨਲ ਦੇਖਦੇ ਰਹੋ।